ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। सरदार साहब, मेरा आखिरी सवाल ये है और इस सवाल ਦੇ ਵਿੱਚ ਵੀ ਕੁਝ ਪਹਿਲੂ ਜੁੜੇ ਹੋਏ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦੇ ਵਿੱਚ ਸ਼ਾਂਤੀ ਦੇ ਮਾਇਨੇ ਕੀ ਆ, ਜਦੋਂ ਕਿ ਇੱਥੇ ਪਰਿਵਾਰਾਂ ਦੇ ਸਾਹਮਣੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਔਰ ਇਹ ਸਿਰਫ ਧਮਕੀਆਂ ਨਹੀਂ, ਇੱਥੇ ਇਹ ਸਾਰਾ ਕੁਝ ਪ੍ਰੈਕਟੀਕਲ ਅਮਲੀ ਰੂਪ ਦੇ ਵਿੱਚ ਵਾਪਰਿਆ ਵੀ ਹੋਇਆ ਵੀ ਔਰ ਇਹਦੇ ਦੁਨੀਆ ਭਰ ਦੇ ਲੋਕ ਇਹਦੇ ਇਸ ਚੀਜ਼ ਦੇ ਗਵਾਹ ਨੇ ਕਿ ਇੱਥੇ ਕੁਝ ਵਾਪਰਿਆ ਜਿਵੇਂ 1984 'ਚ ਹੋਇਆ। ਦੂਜੀ ਗੱਲ, अक्सर एक नारा गूंजता है कि अगर इस देश में रहना होगा हिंदू हित में कहना होगा। मेरा इत्थे पहलू ये मैं जोड़दा कि जिवें गुरु तेग बहादुर साहब नूं हिंदू वफद आके मिलिया और उन्होंने अपनी गाथा सुनाई कि साडे उपर जुल्म हो रहा था, गुरु साहब ने उस जुल्म नूं रोकण लई कुर्बानी देनी मान ली। एक मनुखी अधिकारां वास्ते गुरु तेग बहादुर साहब ने कुर्बानी दी और क्या यह जानता है कि गुरु तेग बहादुर साहब ने जनेऊ लई कुर्बानी की। ਜਿਹੜੇ ਜਨੇਊ ਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਪਾਇਆ ਜਾਂ ਰਿਜੈਕਟ ਕੀਤਾ ਕਿ ਅਸੀਂ ਨਹੀਂ ਪਾਉਣਾ, ਉਸ ਜਨੇਊ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਦੇਣ ਲਈ ਗਏ, ਕੁਰਬਾਨੀ ਦਿੱਤੀ ਵੀ ਉਹਨਾਂ ਨੇ। ਮੇਰਾ ਇਹ ਸਵਾਲ ਬਣਦਾ ਕਿ ਕੀ ਸਿੱਖਾਂ ਨੂੰ ਆਪਣੇ ਗੁਰੂ ਤੋਂ ਸੇਧ ਲੈ ਕੇ, ਜਿਵੇਂ ਗੁਰੂ ਸਾਹਿਬ ਨੇ ਕੁਰਬਾਨੀ ਕਰਤੀ ਹਿੰਦੂਆਂ ਦੇ ਕਹੇ ਤੇ ਜੇ ਅੱਜ ਹਿੰਦੂ ਕਹਿ ਰਹੇ ਆ ਕਿ ਸਿੱਖਾਂ ਨੂੰ ਹਿੰਦੂ ਬਣ ਜਾਣਾ ਚਾਹੀਦਾ, ਜਾਂ ਜਿਵੇਂ ਮੋਹਨ ਭਾਗਵਤ ਜੀ ਵੀ ਦਾ ਵੀ ਜਿਹੜੇ RSS ਦੇ ਮੁਖੀ ਨੇ ਉਹਨਾਂ ਦਾ ਵੀ ਬਿਆਨ ਪਿੱਛੇ ਜੇ ਕੁਝ ਸਮਾਂ ਪਹਿਲਾਂ ਆਇਆ ਸੀ ਕਿ ਇਸ ਦੇਸ਼ ਦੇ ਵਿੱਚ ਸਾਰੇ ਹਿੰਦੂ ਨੇ ਇੱਕ ਤਰ੍ਹਾਂ ਦੇ ਨਾਲ। ਸੋ ਕਿ ਜਿਵੇਂ ਗੁਰੂ ਸਾਹਿਬ ਨੇ ਕੁਰਬਾਨੀ ਕੀਤੀ ਮਨੁੱਖੀ ਅਧਿਕਾਰਾਂ ਵਾਸਤੇ, ਤਾਂ ਕਿ ਸਿੱਖਾਂ ਨੂੰ ਅੱਜ ਇਸ ਦੇਸ਼ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ, ਤਾਂ ਕਿ ਦੰਗੇ ਫਸਾਦ ਨਾ ਹੋਣ, ਮਨ ਮੁਟਾਵ ਮੁੱਕ ਜਾਣ, ਇਸ ਕਰਕੇ ਸਿੱਖਾਂ ਨੂੰ ਹਿੰਦੂ ਬਣ ਜਾਣਾ ਚਾਹੀਦਾ ਆ। ਤਾਂ ਤੀਜਾ ਪਹਿਲੂ ਇਹ ਜੁੜਦਾ ਕਿ ਜੇ ਸਿੱਖ ਹਿੰਦੂ ਬਣ ਜਾਣ ਦਬਾਅ ਦੇ ਵਿੱਚ ਆ ਕੇ ਜਾਂ ਕਿ ਕੁਰਬਾਨੀ ਕਰ ਦੇਣ ਕਿ ਚਲੋ ਅਸੀਂ ਸ਼ਾਂਤੀ ਕਾਇਮ ਕਰਨੀ ਹੈ ਦੇਸ਼ ਦੇ ਵਿੱਚ, ਤਾਂ ਅਸੀਂ ਹਿੰਦੂ ਬਣ ਜਾਂਦੇ ਹਾਂ, ਤਾਂ ਕੀ ਉਸ ਤੋਂ ਬਾਅਦ ਸਿੱਖਾਂ ਦੇ ਹਿੰਦੂ ਬਣ ਜਾਣ ਤੋਂ ਬਾਅਦ ਇਸ ਦੇਸ਼ ਦੇ ਵਿੱਚ ਸ਼ਾਂਤੀ ਸਥਾਪਿਤ ਰਹਿ ਸਕੇਗੀ? ਕੀ ਇਸ ਦੇਸ਼ ਦੇ ਵਿੱਚ ਭਾਈਚਾਰਾ ਕਾਇਮ ਹੋ ਜਾਏਗਾ? ਕੀ ਇਸ ਦੇਸ਼ ਦੇ ਵਿੱਚ ਅੱਗੇ ਤੋਂ ਕਦੀ ਦੰਗੇ ਫਸਾਦ ਜਾਂ ਜਿਹੜਾ ਬਲਾਤਕਾਰਾਂ ਦੀਆਂ ਗੱਲਾਂ ਜਾਂ ਹੋਰ ਵੀ ਬਹੁਤ ਕੁਝ ਇੱਥੇ ਕੀਤਾ ਜਾਂਦਾ, ਕਿਹਾ ਜਾਂਦਾ ਆ, ਕਿ ਉਹ ਸਾਰਾ ਕੁਝ ਬੰਦ ਹੋਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ ਤੁਹਾਨੂੰ? ਕਿਉਂਕਿ ਤੁਹਾਡਾ ਇਤਿਹਾਸ ਦਾ ਤੇ ਤੁਹਾਡਾ ਪ੍ਰੈਕਟੀਕਲੀ ਬੜਾ ਤਜਰਬਾ, ਤੁਸੀਂ ਬਹੁਤ ਕੁਝ ਅੱਖੀਂ ਵੀ ਦੇਖਿਆ ਔਰ ਬੜੀ ਸਟੱਡੀ ਵੀ ਤੁਸੀਂ ਇਤਿਹਾਸ ਦੀਆਂ ਚੀਜ਼ਾਂ ਦੀ ਕੀਤੀ ਹੋਈ ਆ। ਤੁਹਾਡਾ ਇਹਦੇ ਬਾਬਤ ਕੀ ਮੰਨਣਾ ਹੈ? ਜਸਪਾਲ ਜੀ, ਤੁਸੀਂ ਸਵਾਲ ਬੜੇ ਜਿਹੜੇ ਟੇਢੇ ਜਿਹੇ ਪੁੱਛਦੇ ਹੋ। ਮਤਲਬ ਤੁਸੀਂ ਹੁਣ ਆਪਾਂ ਜਿਹੜਾ ਡਿਸਕਸ਼ਨ ਕੀਤਾ ਪਹਿਲੇ ਪਾਰਟ ਦੇ ਵਿੱਚ, ਜਿੱਥੇ ਕਿ ਮੈਂ ਤੁਹਾਨੂੰ ਦੱਸਿਆ ਵੀ ਜਨਮੇਜਾ ਤੇ ਹੋਰ ਸਾਰਿਆਂ ਦਾ, ਉਸ ਵੇਲੇ ਤਾਂ ਕੋਈ ਗੈਰ ਹਿੰਦੂ ਹੈ ਨਹੀਂ ਸੀ ਇੱਥੇ, ਤਾਂ ਫਿਰ ਸ਼ਾਂਤੀ ਸੀ। 1947 ਤੋਂ ਪਹਿਲਾਂ ਤਾਂ ਇੱਥੇ ਕਿਸੇ ਗੈਰ ਹਿੰਦੂ ਦਾ ਰਾਜ ਨਹੀਂ ਸੀ, ਫਿਰ ਸ਼ਾਂਤੀ ਸੀ। 1000 ਸਾਲ ਤੋਂ ਪਹਿਲਾਂ ਗਜ਼ਨੀ ਦੇ ਆਉਣ ਤੋਂ ਪਹਿਲਾਂ ਤਾਂ ਸਾਰਾ ਹਿੰਦੂਆਂ ਦਾ ਰਾਜ ਸੀ, ਲੇਕਿਨ ਇੱਕ ਦੂਸਰੇ ਨਾਲ ਇੱਟ ਕੁੱਤੇ ਦਾ ਵੈਰ ਸੀ, ਇਸ ਰਾਜੇ ਦਾ ਉਸ ਨਾਲ, ਉਸ ਰਾਜੇ ਦਾ ਉਸ ਨਾਲ, ਤੇ ਕਤਲੇਆਮ ਨਿਰੰਤਰ ਹੁੰਦਾ ਰਹਿੰਦਾ ਸੀ ਇੱਥੇ ਇਸ ਧਰਤੀ ਦੇ ਉੱਤੇ। ਉਸ ਵੇਲੇ ਸ਼ਾਂਤੀ ਸੀ। ਖੈਰ ਚਲੋ ਆਪਾਂ ਇਸ ਨੂੰ ਡੀਲ ਕਰਦੇ ਹਾਂ ਉਸ ਤਰ੍ਹਾਂ ਨਾਲ ਕਿ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਦੇ ਮਾਇਨੇ ਕੀ ਹਨ। ਦੇਖੋ, ਇਹ ਜਿਹੜਾ ਬ੍ਰਾਹਮਣੀ ਸਮਾਜ ਹੈ ਇੱਕ ਕੇਂਦਰੀ ਸਮਾਜ ਹੈ। ਉਹ ਕਹਿੰਦੇ ਆ ਕਿ ਇੱਕ ਕੇਂਦਰ ਹੈ ਸਾਡਾ, ਉਹ ਹੈ ਮਨੂ ਸਮ੍ਰਿਤੀ ਦੇ ਅਨੁਸਾਰ ਬ੍ਰਾਹਮਣਵਾਦੀ ਪਰੰਪਰਾ ਜਿਹੜੀ ਹੈਗੀ, ਬ੍ਰਾਹਮਣਵਾਦੀ ਸਮਾਜ ਹੈ ਜਿਹੜਾ ਜਾਤ ਪਾਤ ਆਧਾਰਿਤ ਸਮਾਜ ਹੈ, ਉਹ ਹੀ ਕੇਂਦਰ ਹੈ। ਉਸ ਕੇਂਦਰ ਦੇ ਆਲੇ ਦੁਆਲੇ ਸਾਰੀ ਦੁਨੀਆ ਘੁੰਮਣੀ ਚਾਹੀਦੀ ਹੈ, ਚਾਹੇ ਕੋਈ ਕੁਛ ਕਹੀ ਜਾਏ ਆਪਣੇ ਆਪ ਨੂੰ, ਲੇਕਿਨ ਉਹ ਸ਼ੂਦਰਾਂ ਦੇ ਵਿੱਚ ਜਾਂ ਜਿਹੜੀ ਵੀ ਕੋਈ ਜਾਤ ਪਾਤ ਦਾ ਉਹਨਾਂ ਸਿਸਟਮ ਬਣਾਇਆ ਇਸ ਦੇ ਵਿੱਚ ਫਿੱਟ ਆਉਣਾ ਚਾਹੀਦਾ ਹੈ ਔਰ ਉਸ ਨੂੰ ਹਿੰਦੂ ਧਰਮ ਨੂੰ ਮੰਨਣਾ ਚਾਹੀਦਾ ਹੈ ਜੀ। ਹੁਣ ਇਸ ਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਜਿਹੜਾ ਇੰਤਜ਼ਾਮ ਹੈ ਰਾਜ ਦਾ ਉਹ ਮਨੂ ਸਮ੍ਰਿਤੀ ਦੇ ਅਨੁਸਾਰ ਹੋਣਾ ਚਾਹੀਦਾ ਹੈ। ਮਨੂ ਸਮ੍ਰਿਤੀ ਕੀ ਚਾਹੁੰਦੀ ਹੈ? ਦੇਖੋ, ਮਨੂ ਸਮ੍ਰਿਤੀ ਨੇ ਕੀ ਕੀਤਾ ਹੈ, ਉਹ ਇਹ ਚਾਹੁੰਦੀ ਹੈ ਕਿ ਜਿਹੜੇ ਲੋਕ ਇੱਥੇ
ਸ਼ੂਦਰ ਹਨ ਉਹ ਸਦਾ ਲੋਕ ਬ੍ਰਾਹਮਣਾਂ ਦੇ ਗੁਲਾਮ ਬਣ ਕੇ ਰਹਿਣ, ਬ੍ਰਾਹਮਣ ਰਾਜ ਕਰਨ, ਸਾਰੀ ਦੁਨੀਆ ਉਹਨਾਂ ਵਾਸਤੇ ਕੰਮ ਕਰੇ ਤੇ ਉਹ ਇਹਨਾਂ ਦੇ ਗੁਲਾਮ ਬਣ ਕੇ ਰਹਿਣ। ਹੁਣ ਇਹ ਜਿਹੜੀ ਪ੍ਰਥਾ ਹੈਗੀ ਉਹ ਪੁਰਾਣੇ ਜ਼ਮਾਨੇ 'ਚ ਤਾਂ ਚੱਲ ਗਈ, ਇਹ ਹੁਣ ਵੀ ਚਲਾਉਣਾ ਚਾਹੁੰਦੇ ਆ, ਹੁਣ ਵੀ ਲਾਗੂ ਕਰਨਾ ਚਾਹੁੰਦੇ ਆ। ਔਰ ਲਗਾਤਾਰ ਪਿਛਲੇ 30-40 ਸਾਲਾਂ ਤੋਂ ਮੈਂ ਦੇਖ ਰਿਹਾ, ਔਰ ਖਾਸ ਤੌਰ ਤੇ ਪਿਛਲੇ 5-7-10 ਸਾਲਾਂ ਤੋਂ, ਕਿ ਉਸ ਨੂੰ ਬੜੀ ਜ਼ੋਰ ਦੇ ਨਾਲ, ਬੜੀ ਸਪੀਡ ਦੇ ਨਾਲ ਇਹ ਲੋਕ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹ ਜਿਹੜੇ ਹੈਗੇ ਇਹ ਮਾਪਦੰਡ ਹਿਊਮਨ ਰਾਈਟਸ ਦੇ, ਇਹ ਕਿਤੇ ਵੀ ਪ੍ਰਵੇਲੈਂਟ ਨਹੀਂ। ਤਾਂ ਇਹਨਾਂ ਵਾਸਤੇ ਸ਼ਾਂਤੀ ਦਾ ਇਹ ਹੈ ਕਿ ਸਿਰ ਸੁੱਟ ਕੇ ਹਰ ਇੱਕ ਆਦਮੀ ਪ੍ਰਵਾਨ ਕਰ ਲਵੇ ਬਈ ਬ੍ਰਾਹਮਣ ਦੀ ਇੱਥੇ ਬ੍ਰਾਹਮਣ ਦਾ ਰਾਜ ਹੈ, ਔਰ ਬ੍ਰਾਹਮਣੀ ਅਸੂਲਾਂ ਦੇ ਅਨੁਸਾਰ ਇਹ ਰਾਜ ਚੱਲੇਗਾ। ਤੇ ਫਿਰ ਤੁਸੀਂ ਜਿਹੜੇ ਲੋਕ ਹੋ ਦੂਸਰੇ, ਇਹਨਾਂ ਦੇ ਵਿੱਚ ਤੁਸੀਂ ਐਡਜਸਟ ਕਰੋ ਤੇ ਤਾਂ ਕਿ ਉਹ ਕਿਸੇ ਨੂੰ ਡਿਸਟਰਬ ਨਾ ਕੀਤਾ ਜਾ ਸਕੇ। ਹੁਣ ਇਹ ਦੇਖੋ ਤੁਸੀਂ 1947 ਦੇ ਵਿੱਚ ਵੰਡ ਹੋਈ ਹੈ, ਉਸ ਵੇਲੇ ਤਾਂ ਇਹਨਾਂ ਨੂੰ ਰਾਜ ਦੇ ਦਿੱਤਾ ਗਿਆ ਸੀਗਾ, ਫਿਰ ਇਹਨਾਂ ਨੇ ਕਤਲੋਗਾਰਤ ਕਿਉਂ ਕੀਤੀ ਹੈ ਹਿੰਦੁਸਤਾਨ ਦੇ ਵਿੱਚ? ਫੌਜ ਕਿਹੜੀ ਕਤਲੋਗਾਰਤ ਹੈ ਜਿਹੜੀ ਨਹੀਂ ਰੋਕ ਸਕਦੀ? ਇੱਕ ਥਾਣੇਦਾਰ ਦਿੱਲੀ ਦੇ ਜਿਹੜੇ ਕਤਲੇਆਮ ਹੋਇਆ ਸਿੱਖਾਂ ਦਾ ਦਿੱਲੀ ਦਾ, ਇੱਕ ਥਾਣੇਦਾਰ ਰੋਕ ਸਕਦਾ ਸੀ, ਲੇਕਿਨ ਇਹਨਾਂ ਨੇ ਕਰਵਾਇਆ। ਤਾਂ ਇਹ ਲੋਕ, ਇਹਨਾਂ ਵਾਸਤੇ ਸ਼ਾਂਤੀ ਇਹੋ ਹੀ ਹੈ ਕਿ ਸਿਰ ਸੁੱਟ ਕੇ ਗੁਲਾਮੀ ਕਰੋ ਸਾਡੀ, ਤਾਂ ਫਿਰ ਸ਼ਾਂਤ ਰਹੋਗੇ। ਹੁਣ ਤੁਹਾਨੂੰ ਮੈਂ ਬੜਾ ਹੈਰਾਨੀਜਨਕ ਇੱਕ ਆਪਣਾ ਐਕਸਪੀਰੀਅੰਸ ਦੱਸਦਾ ਕਿ ਪੰਜਾਬ ਦੇ ਵਿੱਚ ਆਪਾਂ ਦੇਖਿਆ ਮੁਗਲ ਰਾਜ ਕਰਦੇ ਰਹੇ, ਅਫਗਾਨ ਰਾਜ ਕਰਦੇ ਰਹੇ, ਈਰਾਨ ਦਾ ਰਾਜ ਰਿਹਾ, ਅੰਗਰੇਜ਼ ਦਾ ਰਾਜ ਰਿਹਾ। 4 ਸਮਰਾਜ ਸਾਡੇ ਉੱਤੇ ਰਾਜ ਕਰਦੇ ਰਹੇ ਤਕਰੀਬਨ 400 ਸਾਲ, 400 ਸਵਾ 400 ਸਾਲ ਇਹ ਰਾਜ ਕਰਦੇ ਰਹੇ ਇਹ ਲੋਕ। ਔਰ ਇਹਨਾਂ 400-500 ਸਾਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਕਨਫਰੰਟ ਕਰਦੇ ਰਹੇ ਕਿ ਨਹੀਂ ਭਾਈ, ਤੁਸੀਂ ਨਜਾਇਜ਼ ਕਰਦੇ ਹੋ, ਤੁਹਾਡਾ ਕੋਈ ਹੱਕ ਨਹੀਂ, ਪਰਮਾਤਮਾ ਦਾ ਰਾਜ ਹੈ ਇਹ, ਔਰ ਇਹ ਪਰਮਾਤਮਾ ਦੇ ਅਸੀਂ ਬੱਚੇ ਆ, ਸਾਰੇ ਬਰਾਬਰ ਆ, ਸਾਡੇ ਉੱਤੇ ਰਾਜ ਕਰਨ ਦਾ, ਜ਼ੁਲਮ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ। ਔਰ ਉਹਨਾਂ ਨੇ ਸਾਡੇ ਨਾਲ ਲੜਾਈਆਂ ਕੀਤੀਆਂ, ਸਾਨੂੰ ਮਾਰਿਆ, ਅਸੀਂ ਸ਼ਹੀਦੀਆਂ ਦਿੱਤੀਆਂ। ਗੁਰੂ ਸਾਹਿਬ ਦਾ ਜ਼ਿਕਰ ਤੁਸੀਂ ਹੁਣੇ ਹੀ ਕੀਤਾ ਹੈ, ਅਸੀਂ ਸ਼ਹੀਦੀਆਂ ਦਿੱਤੀਆਂ ਤੇ ਅਸੀਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਨਹੀਂ ਟ੍ਰੀਟ ਕਰ ਸਕਦੇ, ਅਸੀਂ ਮਨੁੱਖ ਹਾਂ, ਅਸੀਂ ਜਾਨਵਰਾਂ ਵਾਂਗੂ ਨਹੀਂ ਸਾਨੂੰ ਇਹ ਕੀਤਾ ਜਾ ਸਕਦਾ। ਤੇ ਲੇਕਿਨ ਜਿੰਨੇ ਵੀ ਆਦਮੀ, ਉਹਨਾਂ ਨਾਲ ਇੱਟ ਕੁੱਤੇ ਦਾ ਵੈਰ ਸੀ ਸਾਡਾ। ਉਸ ਤੋਂ ਬਾਅਦ ਆ ਗਿਆ 1947 ਤੋਂ ਬਾਅਦ ਇਹ ਮੌਜੂਦਾ ਸਮਰਾਜ ਸਾਡਾ, ਉਹਨਾਂ ਦੇ ਨਾਲ ਸਾਡਾ ਵੈਰ ਸੀ, ਇਹ ਸਾਡੇ ਆਪਣੇ ਸੀ। ਮਾਸਟਰ ਜੀ ਬਾਰ-ਬਾਰ ਕਹਿੰਦੇ ਹੁੰਦੇ ਸਨ ਇੱਥੇ ਆਪਣੇ 1947 ਤੋਂ ਪਹਿਲਾਂ ਤੋਂ ਬਾਅਦ ਵੀ ਕਈ ਵਾਰੀ ਕਿ ਅਸੀਂ ਭਾਈ ਇਹਨਾਂ ਦੇ ਨਾਲ ਤਾਂ ਸਮਝੌਤਾ ਕਰਦੇ ਆ, ਤਾਂ ਅਸੀਂ ਆਏ ਆ, ਤਾਂ ਅਸੀਂ ਰਹਿੰਦੇ, ਇਹ ਆਪਣੇ ਹਨਗੇ। ਉਹ ਇੱਕ ਮੁਹਾਵਰਾ ਕੋਟ ਕਰਦੇ ਸੀ, ਜੇ ਆਪਣਾ ਮਾਰੂ ਛਾਵੇਂ ਦਾ ਸੁੱਟੂ। ਅਸੀਂ ਤਾਂ ਇਹ ਸੋਚ ਕੇ ਇਹਨਾਂ ਦੇ ਨਾਲ ਆਏ ਸੀਗੇ, ਅਸੀਂ ਤਾਂ 2% ਸੀ, ਅਸੀਂ ਤਾਂ 2% ਹੁੰਦਿਆਂ ਹੋਇਆਂ ਜੋ ਇਹਨਾਂ ਦੀ ਸੇਵਾ ਕੀਤੀ ਸੀ 500 ਸਾਲਾਂ ਦੇ ਵਿੱਚ, ਇਹਨਾਂ ਦੇ 80% ਰਾਜਪੂਤ ਨਹੀਂ ਸੀ ਕਰ ਸਕੇ, 90% ਛਤਰੀ ਨਹੀਂ ਸੀ ਕਰ ਸਕੇ, ਕੋਈ ਨਹੀਂ ਸੀ ਕਰ ਸਕਿਆ ਜਿਹੜੀ ਸੇਵਾ ਅਸੀਂ ਕੀਤੀ ਇਸ ਮੁਲਕ ਦੀ, ਇਸ ਖਿੱਤੇ ਦੀ, ਇਹਦੇ ਲੋਕਾਂ ਦੀ, ਮਾਨਵ ਦੀ ਸੇਵਾ, ਅਸੀਂ ਤਾਂ ਮਾਨਵ ਦੀ ਸੇਵਾ ਸਮਝ ਕੇ ਕੀਤੀ ਹੈ। ਹੁਣ ਇਹਨਾਂ ਨੇ ਇਹਨਾਂ 75 ਸਾਲਾਂ ਦੇ ਵਿੱਚ ਜਿੰਨੇ ਸਾਡੇ ਲੋਕ ਮਾਰੇ ਨੇ, ਜਿੰਨੇ ਸਾਡੇ ਸਿੱਖ ਧਰਮ ਨੂੰ ਮੰਨਣ ਵਾਲੇ, ਇਹਨਾਂ ਨੇ ਵਾਇਲੈਂਟ ਤਰੀਕੇ ਨਾਲ, ਹਥਿਆਰਾਂ ਦੇ ਨਾਲ ਜਿੰਨੇ ਸਾਡੇ ਲੋਕ ਮਰੇ, ਉਹਦੇ ਸਾਰੇ 4 ਸਮਰਾਜ ਦੇ ਲੋਕਾਂ ਦੀ ਗਿਣਤੀ ਕਰ ਲਈ ਜਾਵੇ, ਇਕੱਠੇ ਕਰ ਲਿਆ ਜਾਵੇ, ਤਾਂ ਮੇਰਾ ਅੰਦਾਜ਼ਾ ਇਹ ਹੈ ਕਿ ਜਿਹੜੇ ਇਹਨਾਂ ਨੇ ਮਾਰੇ ਨੇ ਉਹ ਇਹਨਾਂ ਨਾਲੋਂ ਘੱਟ ਹੋਣਗੇ ਜਿਹੜੇ 75 ਸਾਲਾਂ ਦੇ ਵਿੱਚ ਇਹਨਾਂ ਨੇ ਮਾਰੇ। ਅਸੀਂ ਤਾਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਤਾਂ ਕੁਝ ਨਹੀਂ ਚਾਹੁੰਦੇ, ਕਿਸੇ ਦੇ ਉੱਤੇ ਹਮਲਾ ਨਹੀਂ ਕਰਦੇ। ਅਸੀਂ ਕਦੇ ਗਰੁੱਪ ਬਣਾ ਕੇ ਸਿੱਖਾਂ ਨੇ ਕਿਸੇ ਹਿੰਦੂ ਦੇ ਉੱਤੇ ਹਮਲਾ ਨਹੀਂ ਕੀਤਾ। ਇਹ ਇੰਨੀ ਮੈਜੋਰਿਟੀ ਦੇ ਵਿੱਚ ਹੁੰਦਿਆਂ ਹੋਇਆਂ 80% 90% ਫੇਰ ਕਿਉਂ ਰਹਿੰਦੇ ਰਹਿੰਦੇ ਆ? ਫਿਰ ਕਿਉਂ ਇਹ ਬਾਰ-ਬਾਰ ਗਲੀਆਂ ਦੇ ਵਿੱਚ ਇਹ ਜਿਹੜੇ ਬੁੱਚਰ ਵਾਲੇ ਇਹਨਾਂ ਦੇ ਜਿਹੜੇ
ਇਹ ਮੀਟ ਕੱਟਣ ਵਾਲੇ ਲੋਕ ਹਨਗੇ, ਇਹਨਾਂ ਦੇ ਹਥਿਆਰ ਲੈ ਕੇ ਉਤਰਦੇ ਨੇ ਔਰ ਸਾਡੇ ਲੋਕਾਂ ਨੂੰ ਮਾਰਦੇ ਨੇ, ਸਾਡੀ ਬੇਪਤੀ ਕਰਦੇ ਨੇ ਭੈਣਾਂ ਮਾਵਾਂ ਦੀ ਗਲੀਆਂ ਦੇ ਵਿੱਚ। ਇਹ ਕੋਈ ਜਸਟੀਫਿਕੇਸ਼ਨ ਦਾ ਦੇਣ ਇਸ ਦਾ ਜੀ 2 ਸਾਲ ਤੋਂ ਲੈ ਕੇ ਆਪਣੇ ਮੇਰੇ ਜ਼ਿਹਨ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਤਸਵੀਰਾਂ ਆ ਰਹੀਆਂ। ਇੱਕ ਕੁਲਵੰਤ ਸਿੰਘ ਵਕੀਲ ਸੀ ਇੱਥੋਂ ਦਾ, ਇੱਕ ਰੋਪੜ ਦਾ, ਉਸਨੇ ਕਿਸੇ ਦੀ ਜ਼ਮਾਨਤ ਕਰਵਾਈ ਔਰ ਉਸ ਲੜਕੀ ਨੂੰ ਜ਼ਮਾਨਤ ਕਰਵਾ ਕੇ ਥਾਣੇ ਭਰ ਕੇ ਜ਼ਮਾਨਤ ਤੇ ਉਸ ਨੂੰ ਛੁਡਾ ਕੇ ਲਿਆਉਣ ਲੱਗਿਆ। ਜੀ ਬਿਲਕੁਲ। ਉਹ ਕੋਈ ਖਾੜਕੂ ਦੀ ਘਰ ਵਾਲੀ ਸੀ। ਹੁਣ ਉਸਨੇ ਕਿਹਾ ਵੀ ਲੜਕੀ ਮੇਰੇ ਨਾਲ ਹੈ, ਲੜਕੀ ਨੂੰ ਲੈ ਕੇ ਆਵਾਂਗਾ, ਇਸ ਕਰਕੇ ਉਹ ਆਪਣੀ ਵਾਈਫ ਨੂੰ ਨਾਲ ਲੈ ਗਿਆ ਤੇ 2 ਸਾਲ ਦੇ ਬੱਚੇ ਨੂੰ ਨਾਲ ਲੈ ਗਿਆ। ਉਸ ਨੂੰ ਥਾਣੇ ਦੇ ਵਿੱਚ ਖਤਮ ਕਰ ਦਿੱਤਾ ਗਿਆ, ਉਸ ਦੇ ਬੱਚੇ ਨੂੰ ਖਤਮ ਕਰ ਦਿੱਤਾ ਗਿਆ, ਉਸ ਦੀ ਲੜਕੀ ਨੂੰ ਖਤਮ, ਉਸ ਦੀ ਵਾਈਫ ਨੂੰ ਖਤਮ ਕਰ ਦਿੱਤਾ ਗਿਆ। ਕੋਈ ਸੰਸਾਰ ਦਾ ਕਾਨੂੰਨ ਦੱਸੇ ਮੈਨੂੰ ਕਿ ਕਿਸ ਪਾਪ ਦੇ ਬਦਲੇ ਉਸ ਨੂੰ ਖਤਮ ਕੀਤਾ ਗਿਆ, ਕੀ ਉਸਨੇ ਗੁਨਾਹ ਕੀਤਾ ਸੀ ਜਿਸ ਤੇ ਉਸ ਨੂੰ ਖਤਮ ਕੀਤਾ ਗਿਆ। ਸੋ ਇਹ ਇਸ ਤਰ੍ਹਾਂ ਨਾਲ ਇਹਨਾਂ ਦੇ ਨਾਲ ਵਰਤਾਰਾ ਹੋਵੇ ਜੀ, ਲੇਕਿਨ ਇਹ ਨਹੀਂ ਕਰ ਸਕਦੇ। ਹੁਣ ਜਿਹੜੀ ਸਾਡੀ ਥਿਉਰੀ ਹੈ ਉਹ ਹੋਰ ਹੈ। ਉਹ ਅਸੀਂ ਬ੍ਰਾਹਮਣ ਦਾ ਰਾਜ ਨਹੀਂ ਮੰਨਦੇ, ਅਸੀਂ ਕਿਸੇ ਪੁਰਖ ਦਾ ਰਾਜ ਨਹੀਂ ਮੰਨਦੇ। ਸਾਡੀ ਥਿਉਰੀ ਇਹ ਹੈ ਕਿ ਇਹ ਧਰਤੀ ਸਾਧ ਦੀ ਧਰਤੀ ਹੈ, ਇਹ ਪਰਮਾਤਮਾ ਦੀ ਧਰਤੀ ਹੈ। ਤਸਕਰ ਬੈਠੇਗਾ, ਇਹ ਇਹੋ ਜਿਹੇ ਚੋਰ ਡਾਕੂ ਲੁਟੇਰੇ ਇਸ ਦੇ ਉੱਤੇ ਕਾਬਜ਼ ਹੋ ਗਏ, ਇਹਨਾਂ ਨੂੰ ਖਤਮ ਕਰਕੇ ਲੋਕਾਂ ਦੇ ਕਬਜ਼ੇ ਦੇ ਵਿੱਚ ਲਿਆਉਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੇ ਹੈਗੇ ਪਰਮਾਤਮਾ ਉਸ ਦੀ ਇੱਥੇ ਰਿਆਸਤ ਚੱਲੇ। ਅਸੀਂ ਬਾਰ-ਬਾਰ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਸਾਚਾ ਤਖਤ ਸੱਚੀ ਪਾਤਸ਼ਾਹੀ, ਸੱਚ ਖਜ਼ੀਨਾ ਸੱਚੀ ਸ਼ਾਹੀ। ਅਸੀਂ ਤਾਂ ਇੱਕ ਸੱਚੇ ਦੀ ਸਰਕਾਰ ਮੰਨਦੇ ਹਾਂ। ਅਸੀਂ ਕਿਸੇ ਬ੍ਰਾਹਮਣ ਦੀ, ਕਿਸੇ ਜੋ ਵੀ ਕੋਈ ਆਪਣੇ ਆਪ ਨੂੰ ਕਵੇ, ਰਾਜਾ ਕਹੇ, ਮਹਾਰਾਜਾ ਕਹੇ, ਅਸੀਂ ਇਹਨਾਂ ਦੇ ਰਾਜਾ ਨੂੰ ਨਹੀਂ ਮੰਨਦੇ। ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜਿਹੜਾ ਲੋਕ ਰਾਜੀ ਕਦਰਾਂ ਕੀਮਤਾਂ ਇਹਨਾਂ ਨੂੰ ਹੀ ਮੰਨਣਾ ਜਾਇਜ਼ ਹੈ। ਇੱਕ ਜਗ੍ਹਾ ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਰਾਣਾ ਰਾਓ ਰਾਜ ਪਏ ਜੀ, ਇਹ ਰਾਣੇ ਦਾ ਰਾਜ ਹੈ, ਫਲਾਣੇ ਰਾਜੇ ਦਾ ਰਾਜ ਹੈ। ਇਹ ਲੋਕ ਕਹਿੰਦੇ ਨੇ ਰੰਕਾਂ ਉੱਠ ਝੂਠ ਕਹਿਣ ਕਹਾਇਓ। ਇਹ ਰੰਕ ਜਿਹੜੇ ਗਰੀਬ ਆਦਮੀ ਨੇ, ਜਿਨ੍ਹਾਂ ਦੇ ਕੋਈ ਆਸਰਾ ਨਹੀਂ, ਉਹਨਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਕੋਲੋਂ ਇਹ ਗੱਲਾਂ ਮਨਵਾਉਂਦੇ ਨੇ ਕਿ ਰਾਣਾ ਰਾਓ ਰਾਜ ਪਏ। ਇਹ ਰਾਣਾ ਤੇ ਰਾਓ ਰਾਜ ਕਰਨ ਦੇ ਅਧਿਕਾਰੀ ਹਨਗੇ। ਗੁਰੂ ਕਹਿੰਦੇ ਨੇ ਹਮਰਾ ਰਾਜਨ ਸਦਾ ਸਲਾਮਤ। ਸਾਡਾ ਰਾਜਾ ਤਾਂ ਉਹ ਹੈ ਅਕਾਲ ਪੁਰਖ, ਅਸੀਂ ਕਿਸੇ ਨੂੰ ਹੋਰ ਨੂੰ ਰਾਜਾ ਨਹੀਂ ਮੰਨਦੇ। ਤਾਂ ਕੋ ਸਗਲ ਘਟਾ ਜਸ ਗਾਇਓ, ਜਿਹਦਾ ਸਾਰੀ ਸੰਸਾਰ ਕਾਇਨਾਤ ਜਿਹਦਾ ਜਸ ਗਾ ਰਹੀ ਹੈ, ਸਾਡਾ ਤਾਂ ਰਾਜਾ ਉਹ ਹੈ। ਬਾਰ-ਬਾਰ ਇਹ ਸਾਨੂੰ ਇਹ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦ੍ਰਿੜ ਕਰਾਇਆ ਗਿਆ ਹੈ ਜੀ। ਗੁਰੂ ਸਾਹਿਬ ਫਰਮਾਉਂਦੇ ਨੇ ਸਭ ਸ਼ਾਹਾਂ ਸਿਰ ਸ਼ਾਹ, ਸਭ ਸ਼ਾਹਾਂ ਸਿਰ ਸਾਚਾ ਸ਼ਾਹ, ਬੇਮੁਹਤਾਜ ਪੂਰਾ ਪਾਤਸ਼ਾਹ। ਉਹ ਬਿਲਕੁਲ ਬੇਮੁਹਤਾਜ ਹੈ, ਇਹਨਾਂ ਦੇ ਉੱਤੇ ਡਿਪੈਂਡੈਂਟ ਨਹੀਂ ਕਿਸੇ ਦੇ ਉੱਤੇ। ਤੇ ਫਿਰ ਉਹ ਇਹ ਵੀ ਕਹਿੰਦੇ ਨੇ ਕਿ ਸਭ ਤੇ ਉੱਚਾ ਜਾ ਕਾ ਦਰਬਾਰ ਜੀ, ਬੇਮੁਹਤਾਜ ਪੂਰਾ ਪਾਤਸ਼ਾਹ। ਅਸੀਂ ਤਾਂ ਉਸ ਦੀ ਪ੍ਰਜਾ, ਉਹ ਜਿਹੜੇ ਉਸ ਦੀ ਪ੍ਰਜਾ ਹੁੰਦੇ ਆ, ਉਹ ਸਾਰਿਆਂ ਨੂੰ ਬਰਾਬਰ ਸਮਝਦੇ ਆ, ਸਾਰਿਆਂ ਨੂੰ ਭਰਾ ਸਮਝਦੇ ਆ, ਊਚ ਨੀਚ ਦੇ ਵਹਿਮ ਭਰਮ ਛੱਡ ਦਿੰਦੇ ਆ ਔਰ ਉਹ ਹਰ ਇੱਕ ਦੇ ਨਾਲ ਵਰਤਾਰਾ ਇਸ ਤਰ੍ਹਾਂ ਕਰਦੇ ਆ ਜਿਵੇਂ ਕਿ ਉਸ ਦੀ ਪ੍ਰਜਾ ਹੋਵੇ, ਉਸ ਦਾ ਧੀਆਂ ਪੁੱਤਰ ਹੋਣ ਤੇ ਉਹ ਸਤਿਕਾਰ ਦੇ ਕਾਬਿਲ ਹੋਣ, ਸਤਿਕਾਰ ਯੋਗ ਹੋਣ, ਕਿਉਂਕਿ ਉਹ ਸੱਚੇ ਪਾਤਸ਼ਾਹ ਦੇ ਲੋਕ ਹਨ। ਐ ਜੀ ਹਮ ਉੱਤਮ ਨੀਚ ਨਾ ਮੱਧਮ, ਅਸੀਂ ਨਾ ਉੱਚੇ ਆ ਨਾ ਨੀਵੇਂ ਆ ਨਾ ਮੱਧਮ ਆ, ਅਸੀਂ ਬਰਾਬਰ ਦੇ ਲੋਕ ਆ ਸਾਰਿਆਂ ਦੇ। ਇਹ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰੜਾਇਆ ਗਿਆ ਹੈ। ਤਾਂ ਗੁਰੂ ਸਾਹਿਬ ਇੱਕ ਜਗ੍ਹਾ ਤੀਸਰੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ, ਸਿਰ ਸਾਚਾ ਸਿਰ ਛੱਤ ਸੱਚਾ ਹਰ ਬਣਾਏ। ਤਾਂ ਇਹ ਜਿਹੜੀ ਪਰਮਾਤਮਾ ਹੈ, ਇਸ ਨੇ ਸੱਚ ਦੀ ਛੱਤ ਸਿਰ ਦੇ ਉੱਤੇ ਪ੍ਰੋਟੈਕਸ਼ਨ ਦੇ ਕੇ ਤੇ ਜਿਹੜੀ ਪਾਤਸ਼ਾਹੀ ਹੈ ਭਗਤ ਜਨਾਂ ਨੂੰ ਦਿੱਤੀ ਹੈ, ਯਾਨੀ ਲੋਕਾਂ ਨੂੰ ਦਿੱਤੀ ਹੈ। ਇਹ ਡੈਮੋਕ੍ਰੇਸੀ ਦੇ ਜਿਹੜੇ ਅਸੂਲ ਹਨਗੇ, ਇਹ ਸਾਡੇ ਅਸੂਲ ਹਨਗੇ। ਇਹ ਅਸੀਂ ਡੈਮੋਕ੍ਰੇਸੀ ਦੇ ਆਉਣ ਤੋਂ 5 ਸਦੀਆਂ ਪਹਿਲਾਂ ਪ੍ਰਚਲਿਤ ਕੀਤੇ ਸੀ, 2 ਸਦੀਆਂ 3 ਸਦੀਆਂ ਪਹਿਲਾਂ ਪ੍ਰਚਲਿਤ ਕੀਤੇ ਸੀ।
ਤੇ ਇਹ ਸਾਡੇ ਅਸੂਲ ਹੋਣਗੇ। ਇਹ ਪ੍ਰਮਾਤਮਾ ਦਾ ਹੁਕਮ ਹੈ ਸਾਡੇ ਵਾਸਤੇ ਕਿ ਅਸੀਂ ਸਾਰਿਆਂ ਨੂੰ ਬਰਾਬਰ ਸਮਝਣਾ ਹੈ, ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਆ, ਸਾਰਿਆਂ ਨੂੰ ਸਾਰਿਆਂ ਦਾ ਸਤਿਕਾਰ ਮਾਣ ਕਾਇਮ ਰੱਖਣਾ ਹੈ। ਇਹਨਾਂ ਦੀ ਜਿਹੜੀ ਸ਼ਾਹੀ ਹੈ ਉਹ ਦੂਜਿਆਂ ਦਾ ਮਾਣ ਸਤਿਕਾਰ ਮਿੱਟੀ ਦੇ ਵਿੱਚ ਰੋਲ ਕੇ ਉਹਨਾਂ ਨੂੰ ਗਿੱਚੀ ਤੋਂ ਫੜ ਕੇ ਤੇ ਨੱਕ ਉਹਨਾਂ ਦਾ ਰਗੜ ਕੇ ਜ਼ਮੀਨ ਦੇ ਵਿੱਚ ਫਿਰ ਇਹਨਾਂ ਦੀ ਸ਼ੁਰੂ ਹੁੰਦੀ ਹੈ। ਸਾਡਾ ਤਾਂ ਜਿਹੜਾ ਹੈਗਾ ਉਹ ਜਗਜੀਵਨ ਹੈ, ਉਹ ਉਸ ਦੇ ਵਿੱਚ ਅਸੀਂ ਸਮਾਏ ਹੋਏ ਆ। ਅਸੀਂ ਉਸ ਤੋਂ ਬਾਹਰ ਨਹੀਂ ਨਿਕਲ ਸਕਦੇ। ਸੋ ਸਾਡਾ ਝਗੜਾ ਤੁਸੀਂ ਸਮਾਜਿਕ ਤੌਰ ਤੇ ਦੇਖ ਲਿਆ, ਧਾਰਮਿਕ ਤੌਰ ਤੇ ਦੇਖ ਲਿਆ, ਸਾਡਾ ਇਹ ਪੋਲੀਟੀਕਲ ਝਗੜਾ ਜਿਹੜਾ ਹੈਗਾ ਉਹ ਤੁਸੀਂ ਦੇਖ ਲਿਆ। ਇਹ ਸਾਡੇ ਮਸਲੇ ਨੇ। ਹੁਣ ਇਹਨਾਂ ਦੇ ਵਿੱਚ ਐਡਜਸਟ ਜਿਹੜਾ ਕਰਨਾ ਪਏਗਾ ਉਹ ਇਹਨਾਂ ਨੂੰ ਹੀ ਕਰਨਾ ਪਏਗਾ। ਤੁਸੀਂ ਕਹਿੰਦੇ ਹੋ ਕਿ ਜੇ ਸਾਰੇ ਹਿੰਦੂ ਬਣ ਜਾਣ ਤਾਂ ਕੀ ਫਿਰ ਇਹ, ਕਿਉਂਕਿ ਹਿੰਦੂ ਤਾਂ ਸੀਗੇ ਇਹ ਪਹਿਲਾਂ, ਲੇਕਿਨ ਕਰ ਨਹੀਂ ਸਕੇ। ਜਿਹੜੇ ਨਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ, ਉਹ ਨਵੇਂ ਪਾਤਸ਼ਾਹ ਨੇ ਕੋਈ ਹਿੰਦੂ ਧਰਮ ਨੂੰ ਰੱਖਣ ਵਾਸਤੇ ਨਹੀਂ ਸ਼ਹਾਦਤ ਦਿੱਤੀ, ਉਹਨਾਂ ਨੇ ਸੱਚ ਧਰਮ ਨਿਆਂ ਦੇ ਵਾਸਤੇ ਸ਼ਹਾਦਤ ਦਿੱਤੀ ਹੈ। ਔਰ ਜਿਹੜੀ ਆਜ਼ਾਦੀ ਹੁੰਦੀ ਹੈ ਆਪਣੇ ਧਰਮ ਨੂੰ ਮੰਨਣ ਦੀ, ਉਸ ਦੇ ਵਾਸਤੇ ਸ਼ਹਾਦਤ ਦਿੱਤੀ ਹੈ। ਨੌਵੇਂ ਪਾਤਸ਼ਾਹ ਨੇ ਜਾਂ ਪੰਜਵੇਂ ਪਾਤਸ਼ਾਹ ਨੇ ਕਿਸੇ ਦੀ ਸ਼ਹਿਨਸ਼ਾਹੀ, ਕਿਸੇ ਜ਼ਾਬਰ ਦੀ ਸ਼ਹਿਨਸ਼ਾਹੀ, ਕਿਸੇ ਜ਼ਾਲਮ ਦੀ ਸ਼ਹਿਨਸ਼ਾਹੀ ਕਾਇਮ ਕਰਨ ਵਾਸਤੇ ਸ਼ਹਾਦਤ ਨਹੀਂ ਦਿੱਤੀ। ਔਰ ਤੁਸੀਂ ਜੇ ਸਮਝਦੇ ਹੋ ਕਿ ਇਹਨਾਂ ਨੂੰ ਕੋਈ ਅਹਿਸਾਸ ਹੈ ਇਸ ਗੱਲ ਦਾ, ਤਾਂ ਬੜੀ ਇਹ ਵੀ ਇੱਕ ਅਜੀਬ ਗਾਥਾ ਹੈ ਕਿ ਜਿੱਥੇ ਨਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਸੀ, ਜਿਹੜਾ ਚਾਂਦਨੀ ਚੌਕ ਗੁਰਦੁਆਰਾ ਬਣਾਇਆ ਹੋਇਆ ਸੀਸਗੰਜ ਉਹਨਾਂ ਦੀ ਯਾਦ ਦੇ ਵਿੱਚ, ਉਸ ਦੇ ਉੱਤੇ ਇੱਕ ਕੱਟੜ ਲੋਕਾਂ ਵੱਲੋਂ, ਜੇ ਤਾਂ ਹੁਣ ਨਾ ਕੋਈ ਆਮ ਆਦਮੀ, ਉਹਨਾਂ ਦੀ ਤਾਂ ਗੱਲ ਨਹੀਂ ਹੈਗੀ, ਜਿਹੜੇ ਆਮ ਹਿੰਦੂ ਆ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਕੋਈ ਉਹਨਾਂ ਦੇ ਨਾਲ ਕੋਈ ਕਿਸੇ ਦਾ ਝਗੜਾ ਨਹੀਂ, ਲੇਕਿਨ ਜਿਹੜੇ ਇਹ ਕੱਟੜਤਾ ਆਪਣੀ ਜ਼ਾਹਰ ਕਰਦੇ ਆ ਔਰ ਹਿੰਦੂ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਜ਼ਾਹਰ ਕਰਦੇ ਆ, ਇਹ ਕਈ ਵਾਰੀ ਉਸ ਦੇ ਉੱਤੇ ਪਥਰਾ ਕਰ ਚੁੱਕੇ ਆ, ਕਈ ਵਾਰੀ ਉਹਦੇ ਸ਼ੀਸ਼ੇ ਤੋੜ ਚੁੱਕੇ ਆ, ਕਈ ਵਾਰੀ ਉਸ ਨੂੰ ਖਤਮ ਕਰਨ ਦੇ ਮਨਸ਼ੇ ਜ਼ਾਹਰ ਕਰ ਚੁੱਕੇ ਆ। ਔਰ ਪਿੱਛੇ ਜੇ ਤਾਂ ਹੁਣ ਇਹ ਚਾਂਦਨੀ ਚੌਕ ਦਾ ਨਾਂ ਬਦਲ ਕੇ ਇੱਕ ਕ੍ਰਿਕਟ ਖੇਡਣ ਵਾਲੇ ਦੇ ਨਾਂ ਦੇ ਉੱਤੇ ਰੱਖਣਾ ਚਾਹੁੰਦੇ ਸੀ। ਇਹਨਾਂ ਨੂੰ ਇਹ ਖਿਆਲ ਹੀ ਨਹੀਂ ਕਿ ਇੱਥੇ ਕਿੰਨਾ ਵੱਡਾ ਸਾਕਾ ਹੋਇਆ ਸੰਸਾਰ ਦੇ ਵਿੱਚ, ਇਸ ਦੇ ਪੈਰਲਲ ਕੋਈ ਸਾਕਾ ਨਹੀਂ ਹੋਇਆ, ਲੇਕਿਨ ਉਸ ਨੂੰ ਬਦਲ ਕੇ ਚਾਂਦਨੀ ਚੌਕ ਦਾ ਨਾਂ ਕਿਸੇ ਕ੍ਰਿਕਟਰ ਦੇ ਨਾਂ ਦੇ ਉੱਤੇ ਰੱਖਣਾ ਚਾਹੁੰਦੇ ਸੀ। ਸੋ ਸਾਡੇ ਫਰਕ ਬੜੇ ਨੇ, ਲੇਕਿਨ ਸਾਡੇ ਵੱਲੋਂ ਕੋਈ ਫਰਕ ਨਹੀਂ। ਅਸੀਂ ਹਰ ਹਾਲ ਦੇ ਵਿੱਚ ਅਸੀਂ ਜਿਉਂਦੇ ਰਹਿਣਾ, ਅਸੀਂ ਆਪਣੇ ਗੁਰੂ ਦੀ ਪੂਜਾ ਕਰਨੀ ਹੈ, ਅਸੀਂ ਕਿਸੇ ਨੂੰ ਹੋਰ ਨੂੰ ਨਹੀਂ ਮੰਨਣਾ, ਅਸੀਂ ਕਿਸੇ ਸ਼ਾਸਤਰ ਵੇਦ ਸਿਮਰਤੀ ਨੂੰ ਨਹੀਂ ਜਾਣਦੇ। ਵੇਦ ਕੀ ਸਿਮਰਤੀ, ਵੇਦ ਕੀ ਪੁੱਤਰੀ ਸਿਮਰਤੀ ਭਾਈ, ਸੰਕਲ ਜੇਵੜੀ ਲੈ ਆਈ, ਅਸੀਂ ਇਹਨਾਂ ਨੂੰ ਰਿਕਗਨਾਈਜ਼ ਨਹੀਂ ਕਰਦੇ। ਵੇਦ ਕਤੇਬ ਇਫਤਰਾ ਪਾਈ, ਇਹ ਹੋਰ ਗੱਲਾਂ ਆਣਗੀਆਂ, ਅਸੀਂ ਇਹਨਾਂ ਨੂੰ ਪ੍ਰਮਾਣ ਨਹੀਂ ਕਰਦੇ। ਸਾਡੇ ਗੁਰੂ ਗ੍ਰੰਥ ਦੇ ਭਗਤ ਨਹੀਂ ਪ੍ਰਮਾਣ ਕਰਦੇ, ਲੇਕਿਨ ਸਾਨੂੰ ਇਹਨਾਂ ਦੇ ਕੋਈ ਪਰਵਾਹ ਨਹੀਂ, ਇਹ ਉਹਨਾਂ ਦੀ ਪੂਜਾ ਕਰਨ, ਅਸੀਂ ਇਹਨਾਂ ਦੇ ਪੂਜਾ ਕਰਨ ਦੇ ਹੱਕ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ, ਕਰੀ ਜਾਣ। ਉਹਨਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਇਹ ਸਾਰਾ ਕੁਝ ਠੀਕ ਨਹੀਂ ਹੈ, ਸਮੇਂ ਦੇ ਅਨੁਸਾਰ ਨਹੀਂ, ਔਰ ਮਨੁੱਖਤਾ ਦੇ ਕਿਸੇ ਵੀ ਮਿਆਰ ਦੇ ਉੱਤੇ ਪੂਰਾ ਨਹੀਂ ਉਤਰਦਾ, ਲੇਕਿਨ ਉਹਨਾਂ ਦੀ ਆਪਣੀ ਸਮਝ ਹੈ। ਜਿੰਨੀ ਦੇਰ ਉਹਨਾਂ ਦੀ ਪੂਜਾ ਕਰਦੇ, ਕੁਛ ਕਰਦੇ, ਸਾਨੂੰ ਕੋਈ ਲੈਣ ਦੇਣ ਨਹੀਂ ਇਹਦੇ ਨਾਲ, ਲੇਕਿਨ ਸਾਨੂੰ ਜਿਸ ਤਰ੍ਹਾਂ ਦੇ ਅਸੀਂ ਹਾਂ, ਸਾਡੇ ਹਾਲ ਤੇ ਛੱਡ ਦੇਣਾ ਚਾਹੀਦਾ ਹੈ। ਜੇ ਹੋ ਸਕਦਾ ਹੈ, ਜੇ ਕਿਤੇ ਨਿਆਂ ਹੁੰਦਾ ਇਸ ਮੁਲਕ ਦੇ ਵਿੱਚ, ਤਾਂ ਹਰ ਇੱਕ ਗੁਰਦੁਆਰਾ ਨੈਸ਼ਨਲ ਮੋਨੂਮੈਂਟ ਹੋਣਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਕੇ ਤੇ ਆਪਣੇ ਲੱਖਾਂ ਲੋਕਾਂ ਦੇ ਜੰਜੂ ਬਚਾਤੇ। ਉਹ ਨੈਸ਼ਨਲ ਮੋਨੂਮੈਂਟ ਨਹੀਂ ਹੈਗਾ। ਔਰ ਇਹਨਾਂ ਸਾਰੇ ਗੁਰਦੁਆਰਿਆਂ ਦਾ ਖਰਚਾ ਜਿਹੜਾ ਸੀਗਾ ਉਹ ਸਰਕਾਰ ਦੇ ਖਜ਼ਾਨੇ ਚ ਆਉਣਾ ਚਾਹੀਦਾ ਸੀ। ਗੁਰੂ ਸਾਹਿਬ ਦਾ ਕੋਈ ਆਪਣਾ ਪ੍ਰਯੋਜਨ ਸੀ, ਸਿੱਖਾਂ ਦਾ ਕੋਈ ਆਪਣਾ ਪ੍ਰਯੋਜਨ ਸੀ। ਅਸੀਂ ਤਾਂ ਮਨੁੱਖਤਾ ਦੀ ਆਜ਼ਾਦੀ ਵਾਸਤੇ ਲੜਦੇ ਰਹੇ ਹਾਂ। ਇਹ ਲੇਕਿਨ ਇਹ ਤਾਂ ਗੱਲਾਂ ਦੂਰ ਦੀਆਂ ਨੇ। ਇਹ ਸਾਨੂੰ ਹੁਣ ਸਿਰਫ ਐਡਾ ਸਾਡੇ ਤੇ ਆਸਾਨ ਕਰ ਦੇਣ ਬਈ ਸਾਨੂੰ ਆਪਣੇ ਹਾਲ ਤੇ ਛੱਡ ਦੇਣ। ਜੇ ਹੋ ਸਕਦਾ ਥੋੜੀ ਜਿਹੀ ਮਦਦ ਕਰਨੀ ਤਾਂ ਅਸੀਂ ਆਪਣੇ ਪੈਰਾਂ ਦੇ ਆਪ ਖੜੇ ਹੋਣ ਦੇ ਕਾਬਿਲ ਆ, ਅਸੀਂ ਇਹਨਾਂ ਦੀ ਮਦਦ ਕਰਾਂਗੇ। ਅਸੀਂ ਜੋ ਵੀ ਮਨੁੱਖਤਾ ਸਾਡੇ ਆਲੇ ਦੁਆਲੇ ਦੁਖੀ ਹੋਏਗੀ, ਅਸੀਂ ਉਹਦੀ ਮਦਦ ਕਰਾਂਗੇ ਜਿੰਨੀ ਵੀ ਸਾਡੇ ਸਮਰੱਥਾ ਹੈ। ਲੇਕਿਨ ਸਾਡੇ ਉੱਤੇ ਇਹ ਨਵੇਂ ਰੋਜ਼ ਦੇ ਇਮਤਿਹਾਨ, ਇਹ ਬੇਅਦਬੀਆਂ, ਇਹ ਕਤਲੋ ਗਾਰਤ, ਇਹ ਸਾਡੀ ਬੰਦ ਹੋਣੀ ਚਾਹੀਦੀ ਹੈ। ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਸਾਡੀ ਜ਼ਮੀਨ ਨੂੰ, ਸਾਡੀ ਧਰਤੀ ਨੂੰ ਇਹਨਾਂ ਨੇ ਬੰਜਰ ਕਰਨ ਦੇ ਕਿਨਾਰੇ ਲੈ ਆਂਦਾ ਹੈ। ਇਹ ਸਾਰਾ ਕੁਝ ਖਤਮ ਹੋਣਾ ਚਾਹੀਦਾ। ਸੋ ਜੀ
ਉਮੀਦ ਤਾਂ ਇਹੀ ਕਰਦੇ ਹਾਂ ਜਿਸ ਵੇਲੇ ਡਿਸਕਸ਼ਨ ਕਰਨ ਲੱਗਦੇ ਹਾਂ ਕਿ ਕਿਸੇ ਵਧੀਆ ਮਰਹਲੇ ਦੇ ਉੱਤੇ ਇਹ ਖਤਮ ਹੋਏਗਾ, ਲੇਕਿਨ ਸਾਡੀ ਜਿਹੜੀ ਸਥਿਤੀ ਹੈ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿ ਗੱਲਾਂ ਇੱਥੇ ਹੀ ਆ ਕੇ ਨਿਬੜਦੀਆਂ ਨੇ। ਸੋ ਇਹ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮੇਰੀ ਖਿਆਲ 'ਚ ਇਹਦੇ ਨਾਲ ਹੋ ਗਿਆ। ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਬੜੇ ਪਹਿਲੂ ਸੀ ਜਿਨ੍ਹਾਂ ਦੇ ਉੱਪਰ ਆਪਾਂ ਗੱਲਬਾਤ ਕੀਤੀ ਆ, ਔਰ ਤੁਹਾਡੇ ਜਿਹੜੇ ਤੁਸੀਂ ਜਵਾਬ ਦਿੱਤੇ ਆ ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਸਵਾਲ ਉੱਭਰ ਕੇ ਸਾਹਮਣੇ ਆਏ ਆ, ਪਰ ਆਪਣੇ ਕੋਲ ਸਮਾਂ ਨਹੀਂ ਹੈਗਾ। ਆਪਾਂ ਉਹਨਾਂ ਸਵਾਲਾਂ ਦੇ ਉੱਪਰ ਕਦੇ ਫਿਰ ਵਿਚਾਰ ਕਰਾਂਗੇ, ਕਿਉਂਕਿ ਉਹ ਵੀ ਸਵਾਲ ਬੜੇ ਜ਼ਰੂਰੀ ਆ, ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਹੋਣੀ ਆ। ਔਰ ਵਿਚਾਰ ਚਰਚਾ ਕਰਨਾ ਮੈਂ ਨਹੀਂ ਸਮਝਦਾ ਕੋਈ ਮਾੜੀ ਗੱਲ ਆ। ਵਿਚਾਰ ਚਰਚਾ ਦੇ ਨਾਲ ਹੀ ਮਸਲੇ ਹੱਲ ਹੁੰਦੇ ਆ, ਜਿਵੇਂ ਬਾਣੀ 'ਚ ਵੀ ਲਿਖਿਆ ਗੁਰੂ ਨਾਨਕ ਸਾਹਿਬ ਨੇ, ਭਾਵੇਂ ਕਿ ਆਪਾਂ ਵਿਚਾਰ ਕਰ ਚੁੱਕੇ ਆ ਕਿ ਇਸ ਦੇਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਬਾਣੀ ਚੰਗੀ ਨਹੀਂ ਲੱਗਦੀ, ਪਰ ਬਾਣੀ ਵਿੱਚ ਲਿਖਿਆ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ, ਵੀ ਕੁਛ ਆਪਣੀ ਕਿਸੇ ਦੀ ਗੱਲ ਸੁਣੋ ਵੀ ਤੇ ਕੁਛ ਆਪਣੀ ਸੁਣਾਓ ਵੀ। ਤਾਂ ਇਹ ਪ੍ਰੋਸੀਜਰ ਮੈਂ ਸਮਝਦਾ ਕਿ ਇੱਕ ਚੰਗੇ ਸਮਾਜ ਦੇ ਵਿੱਚ ਇਹ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ, ਔਰ ਇਹਦੇ ਨਾਲ ਹੀ ਮਸਲੇ ਹੱਲ ਹੁੰਦੇ ਆ।